परम सन्मानयोग गुरु रूप गुरु खालसा साध संगत जी। वाहिगुरु जी का खालसा वाहिगुरु जी की फतेह। ਧੰਨ ਧੰਨ ਬਾਬਾ ਸ਼੍ਰੀ ਚੰਦ ਜੀ, ਜਿਨ੍ਹਾਂ ਦਾ ਸੰਪੂਰਨ ਜੀਵਨ ਆਪਣੇ ਗੁਰੂ ਪਿਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਬਤੀਤ ਹੋਇਆ। ਬਾਬਾ ਸ਼੍ਰੀ ਚੰਦ ਜੀ ਨੇ ਜਗਤ ਨੂੰ ਸੱਤ ਕਰਤਾਰ ਦੇ ਨਾਮ ਨਾਲ ਜੋੜਿਆ ਤੇ ਗੁਰੂ ਪਿਤਾ ਸਤਿਗੁਰੂ ਨਾਨਕ ਸਾਹਿਬ ਜੀ ਦੀ ਜੁਗਤ ਨੂੰ ਅਪਣਾਉਂਦਿਆਂ 16-17 ਹਜ਼ਾਰ ਮੀਲ ਦਾ ਸਫ਼ਰ ਤੈਅ ਕਰਦਿਆਂ ਦਿੱਲੀ, ਆਗਰਾ, ਰਿਸ਼ੀਕੇਸ਼, ਹਰਿਦੁਆਰ, ਕਸ਼ਮੀਰ, ਸਿੰਧ, ਅਫਗਾਨਿਸਤਾਨ, ਨੇਪਾਲ, ਜਗਨਨਾਥਪੁਰੀ, ਕਾਨਪੁਰ, ਬਨਾਰਸ ਆਦਿ ਸਥਾਨਾਂ 'ਤੇ ਪਹੁੰਚ ਕੇ ਲੋਕਾਂ ਨੂੰ ਸੱਚੇ ਦਾ ਗਿਆਨ ਕਰਾਇਆ ਤੇ ਆਪਣੇ ਮਿੱਠੇ ਬੋਲਾਂ ਦੇ ਨਾਲ ਗੁਰਬਾਣੀ ਦਾ ਪ੍ਰਚਾਰ ਕਰਦਿਆਂ ਤਪਦੇ ਹਿਰਦਿਆਂ ਨੂੰ ਸ਼ਾਂਤ ਕੀਤਾ। ਉਹਨਾਂ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਖੁਦ ਆਪਣੇ 'ਤੇ ਹੰਢਾਇਆ, ਵੰਡਾਇਆ ਤੇ ਮਿਟਾਇਆ। ਸਤਿਗੁਰੂ ਨਾਨਕ ਪਾਤਸ਼ਾਹ ਜੀ ਉਦਾਸੀ ਸਰੂਪ ਦੇ ਵਿੱਚ ਹੀ ਸੰਸਾਰ ਵਿੱਚ ਪ੍ਰਗਟ ਹੋਏ ਤੇ ਅੱਗੋਂ ਇਹ ਉਦਾਸੀ ਸਰੂਪ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਬਾਬਾ ਸ਼੍ਰੀ ਚੰਦ ਜੀ ਦੀ ਵਿਚਾਰਧਾਰਾ ਉਹੀ ਸੀ ਜੋ ਉਹਨਾਂ ਦੀ ਝੋਲੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ ਸੀ ਤੇ ਸਿੱਖਿਆ ਵੀ ਉਹੀ ਸੀ ਜਿਸ ਦੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਸ਼੍ਰੀ ਚੰਦ ਜੀ 'ਤੇ ਮਿਹਰ ਕੀਤੀ ਸੀ ਤੇ ਪਹਿਲੇ 6 ਸਿੱਖ ਗੁਰੂ ਸਾਹਿਬਾਨਾਂ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਦੀ ਪਿਆਰ ਭਰੀ ਸਾਂਝ ਦਾ ਇਹੀ ਵਡਮੁੱਲਾ ਕਾਰਨ ਸੀ, ਕਿਉਂਕਿ ਬਾਬਾ ਜੀ ਸਿੱਖ ਸੰਗਤਾਂ ਤੱਕ ਉਹੀ ਸੰਦੇਸ਼ ਪਹੁੰਚਾ ਰਹੇ ਸਨ ਜਿਸ ਦਾ ਆਧਾਰ ਹੀ ਗੁਰਬਾਣੀ ਸੀ। ਸੋ ਪਿਆਰੀ ਸਾਧ ਸੰਗਤ ਜੀ, ਪਿਛਲੇ 5 ਭਾਗਾਂ ਵਿੱਚ ਅਸੀਂ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੁਆਰਾ ਬਾਰਠ ਸਾਹਿਬ ਵਿੱਚ ਕੀਤੀ ਸ਼੍ਰੀ ਜਪਜੀ ਸਾਹਿਬ ਦੀ ਕਥਾ ਆਪ ਜੀ ਨੂੰ ਸਰਵਣ ਕਰਵਾਈ ਹੈ। ਸੋ ਅੱਜ ਦਾਸ ਆਪ ਜੀ ਨੂੰ 6ਵੇਂ ਭਾਗ ਵਿੱਚ ਸ਼੍ਰੀ ਜਪਜੀ ਸਾਹਿਬ ਦੀ ਕਥਾ ਦੀ 26ਵੀਂ ਪੌੜੀ ਦੇ ਅਰਥ ਸਰਵਣ ਕਰਵਾਏਗਾ, ਜੋ ਕਿ ਬਾਬਾ ਸ਼੍ਰੀ ਚੰਦ ਜੀ ਦੁਆਰਾ ਕੀਤੇ ਗਏ ਹਨ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੈ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹ ਪੌੜੀ ਸਿੱਧਾਂ ਦੇ ਇਸ ਸਵਾਲ 'ਤੇ ਉਚਾਰਨ ਕੀਤੀ ਸੀ ਕਿ ਉਹ ਕਰਮ ਕਿਹੜਾ ਹੈ ਜਿਸ ਦੇ ਕੀਤਿਆਂ ਜੀਵਾਂ ਨੂੰ ਹੋਰ ਕੋਈ ਕਰਮ ਨਾ ਕਰਨਾ ਪਵੇ ਤੇ ਉਸ ਦਾ ਉਧਾਰ ਵੀ ਹੋਵੇ ਤੇ ਸੁੱਖ ਪ੍ਰਾਪਤ ਹੋਵੇ। ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਸ ਪ੍ਰਭੂ ਦੇ ਗੁਣ ਅਮੋਲਕ ਹਨ, ਉਸ ਦੇ ਨਾਮ ਗੁਣਾਂ ਦੇ ਵਪਾਰੀ ਵੀ ਅਮੋਲਕ ਹਨ ਜੋ ਵਿਹਾਜਦੇ ਹਨ। ਮਹਾਰਾਜ ਦੇ ਗੁਣਾਵਾਦ ਗਾਵਣ ਜਿਹਾ ਹੋਰ ਕੋਈ ਗੁਣਾਵਾਦ ਨਹੀਂ ਹੈ। ਗੁਣ ਗਾਉਣੇ ਵੀ ਅਮੋਲਕ ਹਨ। ਜੋ ਵਪਾਰ ਗੁਰਾਂ ਦੇ ਨਾਮ ਦਾ ਹੈ ਉਹ ਵੀ ਅਮੋਲਕ ਹੈ। ਜਗਤ ਦੇ ਭਿੰਨ ਭਿੰਨ ਪ੍ਰਕਾਰ ਦੇ ਪਦਾਰਥਾਂ ਵਿੱਚ ਸਾਡੀ ਸਾਰੀ ਉਮਰ ਬਤੀਤ ਹੁੰਦੀ ਜਾ ਰਹੀ ਹੈ, ਸੋ ਉਹ ਬਿਰਥਾ ਹੀ ਬਤੀਤ ਹੁੰਦੀ ਹੈ। ਜਿਹੜੇ ਅਠੇ ਪਹਿਰ ਕਥਾ ਕੀਰਤਨ ਦਾ ਵਪਾਰ ਕਰਦੇ ਹਨ ਉਹਨਾਂ ਦੀ ਉਮਰ ਸਫਲ ਹੁੰਦੀ ਹੈ। ਜਿਨ੍ਹਾਂ ਨੇ ਨਾਮ ਦਾ ਵਣਜ ਕੀਤਾ ਹੈ ਸੋ ਅਮੋਲਕ ਹਨ। ਜਿਸ ਸਾਧ ਸੰਗਤ ਦੇ ਭੰਡਾਰੇ ਵਿੱਚੋਂ ਨਾਮ ਪ੍ਰਾਪਤ ਕੀਤਾ ਹੈ ਉਹ ਸਾਧ ਸੰਗਤ ਵੀ ਅਮੋਲਕ ਹੈ ਤੇ ਉਹ ਵੀ ਅਮੋਲਕ ਹਨ ਜੋ ਸਾਧ ਸੰਗਤ ਵਿੱਚ ਚੱਲ ਕੇ ਜਾਂਦੇ ਹਨ, ਸੇਵਾ ਕਰਦੇ ਹਨ, ਕਥਾ ਕੀਰਤਨ ਕਰਦੇ ਹਨ, ਨਾਮ ਦੀ ਮਹਿਮਾ ਸੁਣਦੇ ਹਨ ਤੇ ਕਰਦੇ ਹਨ, ਉਹ ਵੀ ਅਮੋਲਕ ਹਨ। ਜੋ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨੂੰ
ਆਪਣੇ ਹਿਰਦੇ ਵਿੱਚ ਧਾਰਦੇ ਹਨ, ਉਹ ਵੀ ਅਮੋਲਕ ਹਨ। ਜੋ ਗੁਰਾਂ ਦੇ ਸ਼ਬਦ ਗਾਉਣ ਵਾਲਿਆਂ ਨਾਲ ਪ੍ਰੀਤ ਪਿਆਰ ਕਰਦੇ ਹਨ, ਉਹ ਵੀ ਅਮੋਲਕ ਹਨ। ਜੋ ਉਹਨਾਂ ਦੇ ਨਾਲ ਮਿਲ ਕੇ ਸਤਸੰਗੀ ਹੋ ਜਾਂਦੇ ਹਨ, ਉਹ ਵੀ ਅਮੋਲਕ ਹਨ। ਸਤਿਗੁਰੂ ਦਾ ਜੋ ਧਰਮ ਉਪਦੇਸ਼ ਹੈ, ਉਹ ਵੀ ਅਮੋਲਕ ਹੈ। ਜਿਸ ਸਾਧ ਸੰਗਤ ਵਿੱਚ ਧਰਮ ਦੀ ਪ੍ਰਾਪਤੀ ਹੁੰਦੀ ਹੈ, ਸ਼ੁਭ ਖਿਆਲਾਂ ਦੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ, ਉਹ ਵੀ ਅਮੋਲਕ ਹੈ। ਜੋ ਮਨ ਕਰਕੇ ਇਸ ਧਰਮ ਨੂੰ ਤੋਲਦੇ ਹਨ, ਉਹ ਵੀ ਅਮੋਲਕ ਹਨ। ਸੋ ਮਨ ਹੀ ਤੁਲਾ ਤਕੜੀ ਹੈ। ਜਿਹੜੀ ਬੁੱਧ ਬਚਨ ਨੂੰ ਪ੍ਰਵਾਨ ਕਰਕੇ ਉਸ 'ਤੇ ਚੱਲਦੀ ਹੈ, ਉਹ ਬੁੱਧ ਵੀ ਅਮੋਲਕ ਹੈ। ਜੋ ਮਨ ਦੀ ਸਮਾਧ ਗੁਰਾਂ ਦੇ ਨਾਮ ਦੀ ਲਿਵ ਲਾ ਕੇ ਆਪਣੀ ਬੁੱਧ ਪ੍ਰਕਾਸ਼ ਕਰਨੀ ਹੈ, ਉਹ ਵੀ ਅਮੋਲਕ ਹੈ। ਜਿਨ੍ਹਾਂ ਉੱਤੇ ਇਹਨਾਂ ਬਚਨਾਂ ਦੀ ਕਿਰਪਾ ਹੋਈ, ਉਹ ਵੀ ਅਮੋਲਕ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਬਚਨਾਂ ਦੀ ਮੋਹਰ ਨਿਸ਼ਾਨੀ ਹੋਈ ਹੈ, ਉਹ ਵੀ ਅਮੋਲਕ ਹਨ। ਜਿਨ੍ਹਾਂ ਨੇ ਥੋੜ੍ਹਾ ਵੀ ਚੰਗਾ ਕੰਮ ਕੀਤਾ ਹੈ, ਉਹ ਵੀ ਅਮੋਲਕ ਹਨ। ਜਿਨ੍ਹਾਂ ਦੇ ਵਾਸਤੇ ਸ਼ਬਦ ਦਾ ਫੁਰਮਾਨ ਵੀ ਹੋਇਆ, ਉਹ ਵੀ ਅਮੋਲਕ ਹਨ। ਗੁਰੂ ਜੀ ਦਾ ਉੱਤਰ ਸੁਣ ਕੇ ਸਿੱਧਾ ਨੇ ਫੇਰ ਸਵਾਲ ਕੀਤਾ ਕਿ ਅਮੋਲਕ ਵਸਤਾਂ ਦੀ ਵੀ ਕੋਈ ਕੀਮਤ ਜਾਂ ਮੁੱਲ ਹੈ? ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਸਾਰੀਆਂ ਵਸਤਾਂ ਦਾ ਮੁੱਲ ਕੀਮਤ ਪ੍ਰਭੂ ਦਾ ਨਾਮ ਹੀ ਹੈ, ਜੋ ਅਮੋਲਕ ਤੋਂ ਵੀ ਅਮੋਲਕ ਹੈ। ਨਾਮ ਦਾ ਮੁੱਲ ਕੋਈ ਪਾ ਨਹੀਂ ਸਕਦਾ। ਅੱਗੇ ਜੋ ਸਿੱਖ ਸੰਤ ਮੁਨੀ ਜਪੀ ਤਪੀ ਸਤੀ ਹੋਏ ਹਨ, ਉਹ ਸਭ ਪ੍ਰਭੂ ਦਾ ਨਾਮ ਜਪ ਕੇ ਹੋਏ ਹਨ। ਉਸ ਦੇ ਨਾਮ ਵਿੱਚ ਹੀ ਲਿਵਲੀਨ ਰਹਿੰਦੇ ਹਨ। ਜਿਹੜੇ ਵੇਦ ਹਨ, ਸਭਨਾਂ ਵਿੱਚ ਹੀ ਉਸ ਪ੍ਰਭੂ ਦੀ ਮਹਿਮਾ ਦਾ ਹੀ ਲੇਖ ਮਿਲਦਾ ਹੈ। ਜਿਹੜੇ ਪੁਰਾਣ ਹਨ, ਉਹਨਾਂ ਵਿੱਚ ਵੀ ਨਾਮ ਦੀ ਹੀ ਵਡਿਆਈ ਹੈ। ਪੰਡਤ ਵੀ ਉਸ ਪ੍ਰਭੂ ਦੀ ਵਡਿਆਈ ਵੇਦਾਂ ਦੁਆਰਾ ਹੀ ਕਰਦੇ ਹਨ। ਜਿਹੜਾ ਇੰਦਰ ਦੇਵਤਿਆਂ ਦਾ ਰਾਜਾ ਹੈ, ਕਾਨ ਹਨ, ਗੋਪੀਆਂ ਹਨ, ਸਿੱਧ ਪੀਰ ਪੈਗੰਬਰ ਹਨ, ਦੇਵ ਦਾਨਵ, ਇਹ ਜਿੰਨੇ ਵੀ ਸਾਰੇ ਹਨ, ਉਹ ਸਭ ਪ੍ਰਭੂ ਦੀ ਵਡਿਆਈ ਸ਼ੋਭਾ ਕਰਦੇ ਹਨ ਅਤੇ ਕਈ ਸਾਰੀ ਉਮਰ ਹੀ ਵਡਿਆਈ ਕਰ ਕਰਕੇ ਜਗਤ ਨੂੰ ਛੱਡ ਜਾਂਦੇ ਹਨ। ਜਿੰਨੀ ਵੀ ਸ੍ਰਿਸ਼ਟੀ ਹੈ, ਇੰਨੇ ਹੋਰ ਵੀ ਜੇ ਹੋਵੇ ਤਾਂ ਵੀ ਪ੍ਰਭੂ ਦੀ ਸਿਫਤ ਨਹੀਂ ਬਿਆਨ ਹੋ ਸਕਦੀ। ਜੋ ਕੋਈ ਉਸ ਵੱਡੇ ਨੂੰ ਭਾਉਂਦਾ ਹੈ, ਸੋ ਹੀ ਵੱਡਾ ਹੁੰਦਾ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਉਹ ਸੱਚ ਪ੍ਰਭੂ ਹੀ ਜਾਣਦਾ ਹੈ। ਜੇ ਕੋਈ ਐਵੇਂ ਫਾਲਤੂ ਹੀ ਮੂੰਹ ਦੇ ਨਾਲ ਬੋਲ ਵਿਗਾੜ ਕਰਦਾ ਹੈ ਤਾਂ ਲਿਖ ਲਓ, ਭਾਵ ਕਿ ਜਾਣ ਲਓ ਕਿ ਇਹ ਗੰਵਾਰਾਂ ਦਾ ਮਹਾਂਗਵਾਰ ਮੂਰਖ ਹੈ। ਅੱਗੇ 27ਵੀਂ ਪੌੜੀ ਦੀ ਕਥਾ ਸ਼ੁਰੂ ਹੁੰਦੀ ਹੈ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੋਹਨੋਂ ਪੌਣ ਪਾਣੀ ਬੈਸੰਤਰ, ਗਾਵਹਿ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ, ਗਾਵਹਿ ਇੰਦ ਇੰਦਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮਛ ਪਿਆਲੇ। ਗਾਵਨ ਰਤਨੋ ਪਾਏ ਤੇਰੇ, 68 ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਈ ਤੁਧਨੋਂ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਇੱਥੇ ਸਿੱਧਾ ਨੇ ਸਵਾਲ ਕੀਤਾ ਕਿ ਉਹ ਕਿਹੜੀ ਜਗ੍ਹਾ ਸ਼ੁੱਧ ਹੈ ਜਿੱਥੇ ਬੈਠ ਕੇ ਪ੍ਰਭੂ ਨੂੰ ਯਾਦ ਕਰ ਸਕੀਏ। ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਜਿਹੜੀ ਸੋਦਰ ਦੀ ਪੌੜੀ ਆਖੀ ਹੈ, ਇਹ ਈਸ਼ਵਰ ਰੂਪ ਧਾਰ ਕੇ ਸ਼ਬਦ ਦੀ ਸਮਝ ਦਿੰਦੀ ਹੈ। ਗੁਰਾਂ ਦੇ ਮਿਲਣ ਕਰਕੇ ਸਾਰਿਆਂ ਦੀ ਕਲਿਆਣ ਹੁੰਦੀ ਹੈ। ਜਿੱਥੇ ਨਾਦ ਅਨੇਕ ਅਸੰਖ ਵੱਜਦੇ ਹਨ, ਉੱਥੇ ਕਿੰਨੇ ਹੀ ਵਜਾਉਣ ਵਾਲੇ ਹਨ। ਉਹੀ ਸਾਧ ਸੰਗਤ ਵਾਹਿਗੁਰੂ ਦੇ ਦਰ 'ਤੇ ਘਰ ਹਨ। ਕਿੰਨੇ ਹੀ ਰਾਗ ਰਾਗਣੀਆਂ ਹਨ ਅਤੇ ਕਿੰਨੇ ਹੀ ਗਾਉਣ ਵਾਲੇ ਹਨ ਜਿਹੜੇ ਉਸ ਨੂੰ ਗਾ ਰਹੇ ਹਨ। ਚਿੱਤਰਗੁਪਤ ਸਭ ਦੇ ਲੇਖ ਲਿਖਣ ਵਾਲੇ ਹਨ। ਧਰਮ ਰਾਜਾ ਕਰਮਾਂ ਦੀ ਵਿਚਾਰ ਕਰਨ ਵਾਲਾ ਹੈ। ਸਾਰੇ ਦੇ ਸਾਰੇ ਵਾਹਿਗੁਰੂ ਦਾ ਜਸ ਗਾਉਂਦੇ ਹਨ।
ਸ਼ਿਵ ਜੀ ਸਮਾਧੀ ਲਗਾ ਕੇ ਗਾਉਂਦਾ ਹੈ, ਬਰਮਾ ਵੇਦਾਂ ਦੇ ਨਾਲ ਗਾਉਂਦਾ ਹੈ, ਦੇਵੀਆਂ ਅਸਤੋਤਰ ਦੁਆਰਾ ਹੀ ਗਾ ਰਹੀਆਂ ਹਨ, ਇੰਦਰ ਆਪਣੇ ਆਸਣ 'ਤੇ ਬੈਠਾ ਗਾਉਂਦਾ ਹੈ, ਦੇਵਤੇ ਸਿੱਧੀ ਸਮਾਧੀ ਆਸਣਾ 'ਤੇ ਬੈਠੇ ਗਾ ਰਹੇ ਹਨ, ਸਿੱਧ ਸਮਾਧੀ ਲਾ ਕੇ ਗਾ ਰਹੇ ਹਨ, ਸਾਧ ਸੱਤ ਸੱਤ ਕਰਕੇ ਗਾ ਰਹੇ ਹਨ, ਜਤੀ ਜਤ ਕਰਕੇ, ਸਤੀ ਸਤ ਕਰਕੇ, ਸੰਤੋਖੀ ਸੰਤੋਖ ਧਾਰ ਕੇ ਉਸ ਨੂੰ ਗਾ ਰਹੇ ਹਨ। ਸੂਰਮੇ ਯੁੱਧ ਕਰਕੇ ਗਾਉਂਦੇ ਹਨ, ਪੰਡਤ ਵੇਦ ਪੜ੍ਹ ਕੇ ਗਾਉਂਦੇ ਹਨ, ਰਖੀਸਰ ਇੰਦਰੀਆਂ ਨੂੰ ਰੋਕ ਕੇ ਗਾਉਂਦੇ ਹਨ। ਚਾਰੇ ਵੇਦ ਤੇ ਜਿਹੜੇ ਪਿੱਛੇ ਯੁੱਗ ਬੀਤ ਚੁੱਕੇ ਹਨ, ਲੰਘ ਗਏ ਹਨ, ਸਭ ਪਰਮਾਤਮਾ ਦੇ ਗੁਣਾਂ ਨੂੰ ਗਾ ਰਹੇ ਹਨ। ਪਤਾ ਨਹੀਂ ਕਿੰਨੇ ਬਤੀਤ ਹੋ ਗਏ ਹਨ, ਸਭ ਯੁੱਗਾਂ ਦੀ ਰਚਨਾ ਪਰਮਾਤਮਾ ਨੂੰ ਗਾ ਰਹੀ ਹੈ, ਅੱਗੇ ਨੂੰ ਗਾਉਂਦੀ ਹੀ ਬਤੀਤ ਹੁੰਦੀ ਜਾ ਰਹੀ ਹੈ ਤੇ ਹਮੇਸ਼ਾ ਉਸ ਦੇ ਗੁਣਾਂ ਨੂੰ ਗਾਉਂਦੀ ਹੀ ਜਾਏਗੀ। ਮੋਹਣੀਆਂ ਗਾ ਰਹੀਆਂ ਹਨ ਜੋ ਸਾਰਿਆਂ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੇ ਤਿੰਨਾਂ ਲੋਕਾਂ ਦੀ ਰਚਨਾ ਸਾਰੀ ਦੀ ਸਾਰੀ ਉਸ ਦੀ ਮਹਿਮਾ ਨੂੰ ਗਾ ਰਹੀ ਹੈ। ਜਿੰਨੇ ਰਤਨ ਤੇ ਤੀਰਥ ਤੇ ਜਿੰਨੇ ਮਨੁੱਖ ਉਸ ਪ੍ਰਭੂ ਦੇ ਨਾਮ ਦੇ ਪ੍ਰੇਮੀ ਹਨ, ਸਭ ਉਸ ਨੂੰ ਗਾ ਰਹੇ ਹਨ। ਜੋ ਮਨੁੱਖ ਕਰਮਾਂ ਵਾਲੇ ਗਾ ਰਹੇ ਹਨ, ਇਹ ਉਸ ਪ੍ਰਭੂ ਦੇ ਅਮੋਲਕ ਰਤਨ ਹਨ। ਯੋਧੇ, ਮਹਾਬਲੀ, ਸੂਰਮੇ ਸਭ ਉਸ ਨੂੰ ਗਾ ਰਹੇ ਹਨ। ਜੋ ਮਨ ਨੂੰ ਜਿੱਤਦੇ, ਆਪਣੀ ਵਾਸ਼ਨਾ ਤੇ ਤਮੰਨਾ ਨੂੰ ਮਾਰਦੇ ਹਨ, ਉਹ ਹੀ ਮਹਾਬਲੀ ਸੂਰਮੇ ਯੋਧੇ ਹਨ। ਵਾਸ਼ਨਾ ਤੇ ਤ੍ਰਿਸ਼ਨਾ ਦਾ ਇੱਕੋ ਹੀ ਰੂਪ ਹੈ। ਚਾਰੇ ਖਾਣੀ, 9 ਖੰਡ, ਮੰਡਲ, ਵਰਭੰਡ ਜੋ ਨਗਰ ਹਨ, ਤੇ ਸਾਰੇ ਰਬਾਬੀ ਸਾਜ਼ਾਂ ਦੇ ਨਾਲ ਉਸ ਨੂੰ ਗਾ ਰਹੇ ਹਨ। ਫਿਰ ਸਿੱਧਾ ਨੇ ਸਵਾਲ ਕੀਤਾ ਕਿ ਜੋ ਉਸ ਪ੍ਰਭੂ ਨੂੰ ਗਾਉਂਦਾ ਹੈ, ਉਹ ਬਰਾਬਰ ਦੇ ਹਨ ਜਾਂ ਵੱਧ ਘੱਟ ਹਨ? ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਗਾਉਣਾ ਤਾਂ ਉਹਨਾਂ ਦਾ ਹੀ ਪ੍ਰਵਾਨ ਹੈ ਜੋ ਪ੍ਰਭੂ ਨੂੰ ਭਾਉਂਦੇ ਹਨ, ਜੋ ਸ਼ਰਧਾ ਤੇ ਭਰੋਸਾ ਯਕੀਨ ਰੱਖ ਕੇ ਇੱਕ ਸ਼ਬਦ ਵਿੱਚ ਹੀ ਲਿਵਲੀਨ ਹੋ ਕੇ ਗਾਉਂਦੇ ਹਨ, ਜੋ ਸੱਚੀ ਪ੍ਰੀਤ ਕਰਕੇ ਗਾਉਂਦੇ ਹਨ, ਉਹ ਹੀ ਉਸ ਪਰਮਾਤਮਾ ਨੂੰ ਭਾਉਂਦੇ ਹਨ। ਹੋਰ ਕਿੰਨੇ ਗਾਉਂਦੇ ਹੋਣਗੇ, ਪਰ ਮੇਰੇ ਚਿੱਤ ਚੇਤੇ ਅੰਦਰ ਉਹ ਨਹੀਂ ਆਉਂਦੇ। ਪਰ ਜੋ ਮੇਰੇ ਚਿੱਤ ਵਿੱਚ ਆਏ ਹਨ, ਉਹ ਮੈਂ ਕਹੇ ਹਨ। ਹੋਰ ਮੈਂ ਕਿਸ ਤਰ੍ਹਾਂ ਵਿਚਾਰ ਕਰ ਸਕਦਾ ਹਾਂ? ਜਿਹੜਾ ਪਰਮਾਤਮਾ ਹੈ, ਉਹੀ ਗੁਰੂ ਹੈ, ਉਹੀ ਸਦਾ ਸੱਚਦਾਨੰਦ ਹੈ, ਸਾਰਿਆਂ ਦਾ ਸਾਹਿਬ ਹੈ। ਉਹ ਆਪ ਵੀ ਸੱਚਾ ਹੈ ਤੇ ਉਸ ਦਾ ਨਾਮ ਵੀ ਸੱਚਾ ਹੈ, ਹੁਣ ਵੀ ਹੈ, ਅੱਗੇ ਵੀ ਹੈ। ਪਰ ਜਦੋਂ ਜਗਤ ਚਲਾ ਜਾਏਗਾ, ਉਹ ਨਹੀਂ ਜਾਏਗਾ। ਤੂੰ ਆਪਣੀ ਰਚਨਾ ਆਪ ਹੀ ਰਚਾਈ ਹੋਈ ਹੈ, ਤੈਨੂੰ ਕਿਸੇ ਨੇ ਰਚਾਇਆ ਨਹੀਂ ਹੈ। ਆਪ ਹੀ ਨੇ ਆਪ ਸਾਜੀਓ। ਤੂੰ ਆਪਣੇ ਆਪ ਨੂੰ ਆਪ ਹੀ ਸਾਜਿਆ ਹੈ, ਪਰ ਮੈਨੂੰ ਨਹੀਂ ਪਤਾ ਕਿ ਤੂੰ ਕਦੋਂ ਹੋਇਆ ਹੈ। ਤੂੰ ਕਿਸੇ ਤੋਂ ਪੈਦਾ ਨਹੀਂ ਹੋਇਆ, ਤੂੰ ਸਭ ਨੂੰ ਪੈਦਾ ਕੀਤਾ ਹੈ। ਕਈ ਤਰ੍ਹਾਂ ਦੇ ਤੂੰ ਰੰਗ ਬਣਾਏ ਹਨ, ਕਈ ਭਾਂਤਾਂ ਬਣਾਈਆਂ ਹਨ, ਜਿਣਸਾਂ ਬਣਾਈਆਂ ਹਨ। ਤੇਰੀ ਮਾਇਆ ਕਰਕੇ ਜੀਵ ਪ੍ਰਗਟ ਹੋਏ ਹਨ। ਤੂੰ ਆਪਣੇ ਚੋਜ ਰਚ ਕੇ ਆਪ ਹੀ ਵੇਖ ਰਿਹਾ ਹੈ। ਜਿਵੇਂ ਤੇਰੀ ਵਡਿਆਈ ਹੈ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਤੂੰ ਕਰ ਰਿਹਾ ਹੈ। ਤੇਰੇ ਉੱਪਰ ਕਿਸੇ ਦਾ ਹੁਕਮ ਨਹੀਂ ਚੱਲਦਾ, ਪਰ ਤੇਰਾ ਹੁਕਮ ਸਭ ਤੇ ਲਾਗੂ ਹੈ। ਸੋ ਇਸ ਲਈ ਹੇ ਸੱਚੇ ਪਾਤਸ਼ਾਹ, ਸਾਰੇ ਪਾਤਸ਼ਾਹਾਂ ਦਾ ਸਰਤਾਜ ਤੂੰ ਪਾਤਸ਼ਾਹ ਹੈ। ਗੁਰੂ ਜੀ ਆਖਦੇ ਹਨ, ਤੇਰੀ ਰਜ਼ਾ ਵਿੱਚ ਹੀ ਰਹਿਣਾ ਬਣਦਾ ਹੈ। ਅੱਗੇ 28ਵੀਂ ਪੌੜੀ ਵਿੱਚ ਗੁਰੂ ਜੀ ਫਰਮਾਨ ਕਰ ਰਹੇ ਹਨ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਫਿਰ ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਕਿ ਤੁਹਾਡਾ ਗੁਰੂ ਕੌਣ ਹੈ? ਤੁਹਾਡਾ ਗੁਰੂ ਹੈ ਜਾਂ ਨਹੀਂ? ਤੁਸੀਂ ਕੋਈ ਮੁੰਦਰਾਂ ਤਾਂ ਪਾਈਆਂ ਨਹੀਂ, ਕੋਈ ਤੁਹਾਡੇ ਪਾਸ ਝੋਲੀ ਨਹੀਂ ਹੈ, ਤੁਹਾਡੇ ਤਨ 'ਤੇ ਕੋਈ ਵਿਭੂਤੀ ਜਾਂ ਸੁਆਹ ਤਾਂ ਮਲੀ ਨਹੀਂ ਹੈ, ਨਾ ਤੁਹਾਡੇ ਕੋਲ ਖਿੰਥਾ ਹੈ, ਨਾ ਤੁਹਾਡੇ ਕੋਲ ਕੋਈ ਡੰਡਾ ਹੈ। ਤੁਹਾਡੇ ਪੰਥ ਦਾ ਸਾਨੂੰ ਭੇਦ ਨਹੀਂ ਆਇਆ। ਤੁਸੀਂ ਕਿਰਪਾ ਕਰਕੇ ਦੱਸੋ ਕਿ ਤੁਹਾਡਾ ਪੰਥ ਕਿਹੜਾ ਹੈ? ਸਿੱਧਾ ਦਾ ਪ੍ਰਸ਼ਨ ਸੁਣ ਕੇ ਗੁਰੂ ਜੀ ਨੇ ਫਰਮਾਇਆ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਕਿ ਅਸਾਂ ਤਾਂ ਸੰਤੋਖ ਰੂਪੀ ਮੁੰਦਰਾਂ ਪਾਈਆਂ ਹੋਈਆਂ ਹਨ ਤੇ ਝੋਲੀ ਬੁਰੇ ਕਰਮਾਂ ਸਰਮ ਰੂਪੀ ਰੱਖੀ ਹੋਈ ਹੈ। ਪ੍ਰਭੂ ਦੇ ਧਿਆਨ ਰੂਪੀ ਵਿਭੂਤੀ ਮਲੀ ਹੈ। ਜੋਤ ਗੁਰਾਂ ਦੇ ਚਰਨਾਂ ਦੀ ਵਿਭੂਤ ਮਲੀ ਹੋਈ ਹੈ। ਕਾਲ ਦਾ ਜੋ ਗਿਰਾਸ ਹੈ, ਇਹ ਖਿੰਥਾ ਪਹਿਰੀ ਹੋਈ ਹੈ, ਜੋ ਮੇਰੇ ਗੁਰਾਂ ਨੇ ਭਜਨ ਦੀ ਜੁਗਤ ਦੱਸੀ ਹੈ। ਸੋ ਹੱਥ ਵਿੱਚ ਡੰਡਾ ਲਿਆ ਹੋਇਆ ਹੈ, ਜੋ ਗੁਰਾਂ ਦੇ ਬਚਨਾਂ 'ਤੇ ਪ੍ਰਤੀਤ ਕੀਤੀ ਹੈ।
ਜੋਗੀਆਂ ਦਾ ਇੱਕ ਹੀ ਖਿੰਥਾ ਹੁੰਦਾ ਹੈ ਕਿ ਉਹ ਸਭਨਾਂ ਨਾਲ ਨਿਰਵੈਰ ਹੁੰਦਾ ਹੈ। ਜਿਨ੍ਹਾਂ ਨੂੰ ਗੁਰੂ ਦੇ ਬਚਨਾਂ 'ਤੇ ਪ੍ਰਤੀਤ ਹੁੰਦੀ ਹੈ ਉਹ ਹੀ ਮੇਰੇ ਪੰਥੀ ਹਨ। ਖਟ ਦਰਸ਼ਨ ਵਿੱਚੋਂ ਕਿਸੇ ਪੰਥ ਵਿੱਚ ਹੋਣ। ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ ਹੈ ਉਹਨਾਂ ਨੇ ਜਗਤ ਨੂੰ ਜਿੱਤ ਲਿਆ ਹੈ। ਮੈਂ ਆਦੇਸ਼ ਕਰਦਾ ਹਾਂ, ਯਾਨੀ ਕਿ ਨਮਸਕਾਰ ਕਰਦਾ ਹਾਂ, ਮੱਥਾ ਟੇਕਦਾ ਹਾਂ ਉਸ ਵਾਹਿਗੁਰੂ ਅੱਗੇ ਜੋ ਦੇਸ਼ ਕਾਲ ਦੇ ਪੁਦੇਸ਼ ਕਾਲ ਤੋਂ ਰਹਿਤ ਹੈ ਤੇ ਸਰਬ ਦਾ ਆਦ ਹੈ। ਉਸ ਦੀ ਗਿਣਤੀ ਨਹੀਂ ਕੀਤੀ ਜਾਂਦੀ। ਉਹ ਪ੍ਰਭੂ ਕਦੋਂ ਦਾ ਹੋਇਆ ਹੈ, ਉਸ ਦਾ ਆਦ ਕੋਈ ਨਹੀਂ ਹੈ ਤੇ ਅੰਤ ਕੋਈ ਨਹੀਂ ਹੈ ਕਿ ਕਦ ਤੱਕ ਰਹੇਗਾ। ਜੁਗਾਂ ਜੁਗਾਂ ਵਿੱਚ ਇੱਕ ਰਸ ਵਿਆਪਿਆ ਹੋਇਆ ਹੈ। ਕਦੇ ਬੱਚਾ ਜਾਂ ਬੁੱਢਾ ਨਹੀਂ ਹੁੰਦਾ, ਉਹ ਜਿਉਂ ਦਾ ਤਿਉਂ ਹੀ ਰਹਿੰਦਾ ਹੈ। ਉਹੀ ਮੇਰਾ ਸੱਚਾ ਗੁਰੂ ਹੈ। ਅੱਗੋਂ ਸਿੱਧਾ ਨੇ ਸਵਾਲ ਕੀਤਾ ਕਿ ਇਸ ਤੋਂ ਅੱਗੇ ਵੀ ਕੁਝ ਚੱਲੋ ਤੇ ਸਾਨੂੰ ਸਮਝ ਆ ਜਾਏ। ਤਾਂ ਗੁਰੂ ਜੀ ਨੇ ਫਰਮਾਇਆ, ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਾਜੇ ਨਾਦ। ਸੋ ਜਿਹੜੀ ਅਸੀਂ ਭਿੱਖਿਆ ਲਈ ਹੈ ਉਹ ਗਿਆਨ ਦੀ ਲਈ ਹੈ। ਸਤਿਗੁਰਾਂ ਦੀ ਦਇਆ ਮੇਰੀ ਭੰਡਾਰਣ ਹੈ। ਘਟ ਘਟ ਵਿੱਚ ਜੋ ਆਤਮਾ ਦੀ ਆਵਾਜ਼ ਹੈ ਸੋ ਮੇਰਾ ਨਾਦ ਹੈ। ਆਪ ਵਾਹਿਗੁਰੂ ਸਾਡਾ ਨਾਥ ਹੈ। ਉਸਨੇ ਸਾਰੇ ਜਗਤ ਨੂੰ ਹੁਕਮ ਦੀ ਨੱਥ ਪਾ ਕੇ ਨੱਥਿਆ ਹੋਇਆ ਹੈ। ਤੇ ਜੋ ਰਿੱਧਾਂ ਸਿੱਧਾਂ ਦੇ ਸਵਾਦ ਹਨ ਇਹ ਅਸੀਂ ਨਹੀਂ ਲੋਚਦੇ, ਇਹਨਾਂ ਦੀ ਹਿਰਸ ਨਹੀਂ ਰੱਖਦੇ। ਸੰਜੋਗ ਤੇ ਵਿਜੋਗ ਇਹ ਸਾਡੇ ਦੋ ਚੇਲੇ ਹਨ ਜੋ ਕਾਰ ਚਲਾਉਣ ਵਾਸਤੇ ਕੀਤੇ ਹਨ। ਜੋ ਵਸਤ ਪ੍ਰਾਪਤ ਹੁੰਦੀ ਹੈ ਸੰਯੋਗ ਦੁਆਰਾ ਹੁੰਦੀ ਹੈ ਅਤੇ ਜੋ ਚਲੀ ਜਾਂਦੀ ਹੈ ਉਹ ਵਿਯੋਗ ਦੁਆਰਾ ਚਲੀ ਜਾਂਦੀ ਹੈ। ਪਰ ਅਸੀਂ ਦੋਨਾਂ ਨਾਲ ਹੀ ਪ੍ਰਸੰਨ ਰਹਿੰਦੇ ਹਾਂ। ਜੋ ਲੇਖ ਲਿਖਿਆ ਹੈ ਉਹ ਮਿਟਦਾ ਨਹੀਂ ਹੈ, ਚਿੰਤਾ ਕਿਸ ਦੀ ਕਰੀਏ। ਸੋ ਅਸੀਂ ਜਿਸ ਨੂੰ ਨਮਸਕਾਰ ਕੀਤੀ ਹੈ ਉਹ ਸਾਰਿਆਂ ਵਿੱਚ ਵਿਆਪਿਆ ਹੋਇਆ ਹੈ, ਜਿਹੜਾ ਸਾਰਿਆਂ ਪਦਾਰਥਾਂ ਵਿੱਚ ਹੈ, ਸਾਰੀਆਂ ਘਟਾਂ ਵਿੱਚ ਹੈ ਤੇ ਸਾਰਿਆਂ ਵਿੱਚ ਇੱਕ ਬਰਾਬਰ ਹੈ। ਉਹੀ ਸਾਡਾ ਗੁਰੂ ਹੈ। ਸਾਧ ਸੰਗਤ ਜੀ, ਤਪ ਤਾਂ ਉਹ ਸੰਤ ਸਰੂਪ ਵਿੱਚ ਹੈ ਜਿਸ ਤਰ੍ਹਾਂ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਚੇਲੇ ਹੋਏ ਹਨ, ਜਿਸ ਤਰ੍ਹਾਂ ਅਸੀਂ ਗੁਰੂ ਅਬਿਨਾਸ਼ੀ ਜੀ ਦੇ ਚੇਲੇ ਹੋਏ ਹਾਂ। ਇਹ ਉਸ ਵਾਹਿਗੁਰੂ ਦਾ ਪ੍ਰਗਟ ਸਰੂਪ ਹੈ, ਤਾਂ ਹੀ ਗੁਰ ਪਰਮੇਸ਼ਰ ਮੰਨਿਆ ਜਾਂਦਾ ਹੈ ਤੇ ਪੂਜਿਆ ਜਾਂਦਾ ਹੈ। ਇਹ ਮੰਨਣਾ ਪਵੇਗਾ ਉਹ ਆਪ ਨਾਰਾਇਣ ਹੀ ਗੁਰੂ ਨਾਨਕ ਦੇਵ ਜੀ ਸੰਤ ਸਰੂਪ ਵਿੱਚ ਪ੍ਰਗਟ ਹੋਏ ਹਨ। ਉਸ ਨਾਰਾਇਣ ਦੀ ਜੋਤ ਆਈ ਹੈ, ਉਹੀ ਜੋਤ ਦੂਸਰੇ ਗੁਰਾਂ ਵਿੱਚ ਪ੍ਰਵੇਸ਼ ਹੋਈ ਹੈ। ਉਹੀ ਜੋਤ ਤੀਸਰੇ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਤੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਪ੍ਰਗਟ ਹੋਈ ਹੈ। ਸੋ ਇਸੇ ਹੀ ਤਰ੍ਹਾਂ ਜੁਗੋ ਜੁਗਾਂ ਵਿੱਚ ਸੰਤ ਸਰੂਪ ਵਿੱਚ ਪ੍ਰਗਟ ਹੋ ਕੇ ਜਗਤ ਦਾ ਉਧਾਰ ਉਹੀ ਨਾਰਾਇਣ ਦੀ ਜੋਤ ਕਰਦੀ ਆ ਰਹੀ ਹੈ। ਇਹ ਸਭ ਉਸ ਦੀ ਵਿਰਾਟ ਸਰੂਪੀ ਖੇਲੀ ਆ ਰਿਹਾ ਹੈ। ਹੋਰ ਉਸਨੇ ਵਕਤ ਵਕਤ ਦੀ ਸੰਭਾਲ ਕਰਨ ਵਾਸਤੇ ਇਸ ਵਕਤ ਤੋਂ ਪਹਿਲਾਂ 23 ਅਵਤਾਰ ਧਾਰਨ ਕੀਤੇ ਹਨ। ਬਾਕੀ 24ਵਾਂ ਅਵਤਾਰ ਪ੍ਰਗਟ ਹੋਣ ਦੀ ਸੰਭਾਵਨਾ ਲਿਖਤਾਂ ਨੇ ਦੱਸੀ ਹੋਈ ਹੈ। ਉਹ ਜੁਗੋ ਜੁਗੋ ਅਟਲ ਤੇ ਸਮਰੱਥ ਹੈ। ਸੰਤ ਸਰੂਪ ਹੋ ਕੇ ਹੀ ਪ੍ਰਗਟ ਮਿਲਦਾ ਹੈ। ਫਿਰ ਅੱਗੇ ਸਿੱਧਾ ਨੇ ਸਵਾਲ ਕੀਤਾ ਕਿ ਉਹ ਜੋ ਇੱਕ ਹੈ ਉਸ ਤੋਂ ਅਨੇਕ ਰੂਪ ਵਿੱਚ ਕਿਸ ਤਰ੍ਹਾਂ ਹੋ ਗਿਆ ਹੈ। ਤਾਂ ਗੁਰੂ ਜੀ ਨੇ ਉੱਤਰ ਦਿੱਤਾ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹੋ ਵਿਡਾਣ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਜੋ ਮਾਈ ਆਖੀ ਹੈ ਸੋ ਉਸ ਦੀ ਮਾਇਆ ਰੂਪੀ ਸ਼ਕਤੀ ਹੈ। ਜਦ ਉਸ ਪਾਰਬ੍ਰਹਮ ਪ੍ਰਭੂ ਦੀ ਚਾਹਨਾ ਹੋਈ ਕਿ ਮੈਂ ਇੱਕ ਤੋਂ ਅਨੇਕ ਰੂਪ ਹੋਵਾਂ ਤਾਂ ਉਸ ਦੀ ਜੋ ਜੁਗਤ ਰੂਪ ਮਾਇਆ ਸ਼ਕਤੀ ਹੈ ਉਹ ਪ੍ਰਸੂਤ ਹੋਈ। ਇਸ ਤੋਂ 3 ਚੇਲੇ ਪ੍ਰਤੱਖ ਹੋਏ, ਜਿਨ੍ਹਾਂ ਵਿੱਚੋਂ ਬ੍ਰਹਮਾ ਜੀ ਨੂੰ ਰਾਜਸੀ ਗੁਣ ਦੇ ਕੇ ਜਗਤ ਦੀ ਉਤਪਤੀ ਕਰਨ 'ਤੇ ਲਾਇਆ ਤੇ ਵਿਸ਼ਨੂੰ ਜੀ ਨੂੰ ਸਾਤਕੀ ਗੁਣ ਦੇ ਕੇ ਜਗਤ ਦੇ ਪਾਲਣ 'ਤੇ ਲਾਇਆ ਤੇ ਸ਼ਿਵ ਜੀ ਨੂੰ ਤਾਮਸੀ ਗੁਣ ਦੇ ਕੇ ਜਗਤ ਦੇ ਸੰਘਾਰ ਕਰਨ ਵਾਸਤੇ ਲਾ ਦਿੱਤਾ ਹੈ। ਜਿਵੇਂ ਜਿਵੇਂ ਪ੍ਰਭੂ ਦੀ ਆਗਿਆ ਹੁੰਦੀ ਹੈ ਤਿਵੇਂ ਤਿਵੇਂ ਇਹ ਚੱਲ ਰਿਹਾ ਹੈ। ਇਹ ਤਿੰਨੇ ਦੇਵਤੇ ਉਸ ਦੇ ਹੁਕਮ ਵਿੱਚ ਚੱਲ ਰਹੇ ਹਨ। ਉਹ ਅੰਤਰਜਾਮਤਾ ਕਰਕੇ ਦੇਖਦਾ ਹੈ ਪਰ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਇਹ ਵੀ ਉਸ ਦੀ ਵੱਡੀ ਅਸਚਰਜ ਭੇਦ ਭਰੀ ਵਡਿਆਈ ਹੈ।
ਸੋ ਇਸੇ ਲਈ ਮੈਂ ਉਸ ਅਕਾਲ ਪੁਰਖ ਨੂੰ ਨਮਸਕਾਰ ਕਰਦਾ ਹਾਂ, ਜਿਸ ਦੀ ਗਿਣਤੀ ਕੋਈ ਨਹੀਂ ਤੇ ਕਦੇ ਵੀ ਉਹ ਨਾਸ ਨਹੀਂ ਹੁੰਦਾ, ਜੋ ਜੁਗਾਂ ਜੁਗਾਂ ਵਿੱਚ ਇੱਕੋ ਵੇਸ ਰਿਹਾ ਹੈ, ਉਸ ਦਾ ਕਦੇ ਵੀ ਨਾਸ ਨਹੀਂ ਹੈ। ਸੋ ਸਾਧ ਸੰਗਤ ਜੀ, ਇੱਥੇ ਤੱਕ 30 ਪੌੜੀਆਂ ਦੀ ਕਥਾ ਸਮਾਪਤ ਹੋ ਚੁੱਕੀ ਹੈ। ਅਗਲੇ ਭਾਗ ਵਿੱਚ ਆਪਾਂ 31ਵੀਂ ਪੌੜੀ ਦੀ ਕਥਾ ਆਰੰਭ ਕਰਾਂਗੇ। ਤਦ ਤੱਕ ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।